ਔਰ ਉਹ ਜਾ ਕੇ ਮੇਡ ਇਨ ਚਾਈਨਾ ਥਮਿੰਦਰ ਆਨੰਦ ਉੱਥੇ ਜਾ ਕੇ ਛਪਾਉਂਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਨਾਲ ਛਪਾਉਂਦਾ ਹੈ। ਉਹ 1000 ਸਰੂਪ ਜਿਹੜੀ ਦਮਦਮੀ ਬੀੜ ਸੀ, ਲੜੀਵਾਰ ਬੀੜ ਸੀ, ਅੱਜ ਉਹ ਬਣ ਗਈ ਮੇਡ ਇਨ ਚਾਈਨਾ ਬੀੜ। ਔਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਪਾਲਕੀ ਸਾਹਿਬ 'ਚ ਸੋਨੇ ਦੀ 'ਚ ਮੋਢਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਲਿਆਉਂਦੇ ਹੋ, ਦਰਬਾਰ ਸਾਹਿਬ ਤੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਲੈ ਕੇ ਜਾਂਦੇ ਹੋ। ਇਹ ਅੱਜ ਦੇ ਜਥੇਦਾਰਾਂ ਨੂੰ ਪੁੱਛੋ ਜਿਹੜੇ ਦਿਹਾੜੀਦਾਰ ਜਥੇਦਾਰ ਬਣਾਏ ਨੇ। ਮੁਲਾਜ਼ਮ ਜਥੇਦਾਰ ਨਹੀਂ ਹੁੰਦਾ ਜੀ, ਤੇ ਜਥੇਦਾਰ ਮੁਲਾਜ਼ਮ ਨਹੀਂ ਹੁੰਦਾ, ਪਰ ਇੱਥੇ ਮੁਲਾਜ਼ਮ ਲਾਏ ਹੋਏ ਆ ਜਿਹਦੇ ਕਰਕੇ ਉਹ ਨਹੀਂ ਬੋਲ ਸਕਦੇ। ਉਹ ਜੈਸ ਬੌਸ ਤਾਂ ਕਹਿ ਸਕਦੇ ਆ, ਪਰ ਅਕਾਲੀ ਫੂਲਾ ਸਿੰਘ ਵਾਲਾ ਹੁਕਮਨਾਮਾ ਜਾਰੀ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੇ ਗੋਡਿਆਂ 'ਚ ਲੰਗਰ ਦੀ ਮੂੰਗੀ ਫਸੀ ਹੋਈ ਹੈ। ਤੇ ਜਿਹੜਾ ਮੇਡ ਇਨ ਚਾਈਨਾ ਬਣ ਗਿਆ, ਜਿਹੜਾ ਤੁਹਾਡੀ ਮਿਲੀ ਭੁਗਤ ਨਾਲ ਕੀ ਉਹ ਹੋਰ ਹੈ, ਉਹ ਡੱਬਿਆਂ 'ਚ ਬੰਦ ਹੋ ਕੇ UPS ਰਾਹੀਂ ਸਿਗਰਟਾਂ ਪੀਣ ਵਾਲੇ ਗੋਰੇ ਉੱਥੇ ਗੁਰਦੁਆਰਿਆਂ 'ਚ ਇਵੇਂ ਵੰਡਦੇ ਫਿਰਦੇ ਆ ਜਿਵੇਂ ਕੋਈ ਉੱਥੇ ਹੋਰ ਗਰੋਸਰੀ ਜਾਂ ਕੋਈ ਸਮਾਨ ਵੰਡਦਾ ਹੋਵੇ। ਤੇ ਜਿਹੜੇ ਉੱਥੇ ਦੇ ਪ੍ਰਧਾਨ ਨੇ ਪੱਗਾਂ 'ਚ ਸਿਰ ਫਸਾਉਣ ਵਾਲੇ ਸਿੱਖ, ਜੇ ਸਿੱਖ ਹੁੰਦੇ ਤੇ ਸ਼ਾਇਦ ਪੱਗ ਦੀ ਲੱਜ ਰੱਖਦੇ, ਪਰ ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨਕਲੀ ਬਣੇ ਅਖੌਤੀ ਪ੍ਰਬੰਧਕਾਂ ਨੇ ਉਹ ਡੱਬਿਆਂ ਦੇ ਵਿੱਚੋਂ ਮਹਾਰਾਜ ਜੀ ਦੇ ਸਰੂਪ ਵੀ ਲੈ ਲਏ ਔਰ ਇਹ ਗੱਲ ਬਾਹਰ ਨਹੀਂ ਆਉਣ ਦਿੱਤੀ। ਜਦੋਂ ਇਸ ਗੱਲ ਦੀ ਭਿਣਕ ਸਾਨੂੰ ਪਈ, ਅਸੀਂ ਇੱਥੋਂ ਭਾਈ ਸੁਖਵਿੰਦਰ ਸਿੰਘ ਨਾਗੋਕਿਆਂ ਦੇ ਨਾਲ ਸੰਪਰਕ ਬਣਾਇਆ ਕਿ ਮੈਨੂੰ ਪਤਾ ਲੱਗਿਆ ਕਿ 1000 ਸਰੂਪ ਮਹਾਰਾਜ ਜੀ ਦਾ ਚਾਈਨਾ 'ਚ ਛਪ ਕੇ ਡੱਬਿਆਂ 'ਚ ਬੰਦ ਹੋ ਕੇ ਅਮਰੀਕਾ ਪਹੁੰਚਿਆ। ਉਹਨਾਂ ਨੇ 6 ਮਹੀਨਿਆਂ ਦੀ ਮੁਸ਼ੱਕਤ ਕਰਕੇ ਇਹ ਬੰਦੇ ਸਾਰੇ ਨੰਗੇ ਕੀਤੇ। ਤੁਸੀਂ ਕਹਿ ਰਹੇ ਹੋ ਵੀ ਇਹਨਾਂ 'ਤੇ ਕਾਰਵਾਈ ਕਰੋ। ਇਹਨਾਂ ਲੋਕਾਂ ਨੇ ਅਕਾਲ ਤਖਤ 'ਤੇ ਉਹਨਾਂ ਨੂੰ ਬੁਲਾ ਕੇ ਕਹਿੰਦੇ ਜੀ $125 ਦੀ ਦੇਗ ਕਰਾਓ, 7 ਦਿਨ ਕੀਰਤਨ ਸੁਣੋ, ਜੋੜੇ ਝਾੜੋ, ਭਾਂਡੇ ਮਾਂਜੋ ਤੇ ਤੁਸੀਂ ਬਰੀ ਹੋ ਸਕਦੇ। ਹੁਣ ਇਹ ਸੰਗਤ ਸਵਾਲ ਕਰੇ, ਇਹ ਜਦੋਂ ਤੁਹਾਡੇ ਭੋਗਾਂ 'ਤੇ ਆਉਣ, ਤੁਹਾਡੇ ਵਿਆਹਾਂ 'ਚ ਆਉਣ, ਤੁਹਾਡੇ ਸਮਾਗਮਾਂ 'ਚ ਪਹੁੰਚਣ, ਇਹਨਾਂ ਨੂੰ ਪੁੱਛੋ ਕਿ ਜੇ $125 ਲਾ ਕੇ ਤੁਸੀਂ ਅਮਰੀਕਾ ਦੇ ਉਹਨਾਂ ਦੋਸ਼ੀਆਂ ਨੂੰ ਮਾਫੀ ਦੇ ਸਕਦੇ ਹੋ, ਤੇ ਫਿਰ ਬੇਅਦਬੀ ਦੀਆਂ ਘਟਨਾਵਾਂ ਤੇ ਸੌਦੇ ਸਾਧ ਨੂੰ ਗਾਲਾਂ ਕਢਾ ਕੇ ਸਾਡੀ ਨੌਜਵਾਨੀ ਨੂੰ ਜੇਲ੍ਹਾਂ 'ਚ ਕਿਉਂ ਘੱਲ ਰਹੇ ਹੋ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਉਹ ਸੰਸਥਾ ਜਿਸ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਨੇ ਸੀ। ਸਿੱਖੀ ਕੁੱਟ-ਕੁੱਟ ਕੇ ਸਾਡੀ ਨੌਜਵਾਨੀ ਅੰਦਰ ਪੜ੍ਹਨੀ ਸੀ, ਸਾਡੀ ਨਵੀਂ ਪੀੜ੍ਹੀ ਨਵੀਂ ਪਨੀਰੀ ਸਾਂਭਣੀ ਸੀ, ਗੁਰੂ ਘਰ ਦਾ ਪ੍ਰਬੰਧ ਅਜਿਹੇ ਤਰੀਕੇ ਨਾਲ ਸਾਂਭਣਾ ਸੀ ਵੀ ਹਰ ਕਿਸੇ ਦਾ ਜੀਅ ਕਰਦਾ ਵੀ ਵਾਹ ਬਹੁਤ ਵਧੀਆ ਤਰੀਕੇ ਨਾਲ ਇਹ ਪ੍ਰਬੰਧ ਸਾਂਭਿਆ, ਤਾਂ ਕਾਸ਼ ਮੈਂ ਵੀ ਸਿੰਘ ਸੱਚਾ, ਮੇਰੇ ਸਿਰ 'ਤੇ ਵੀ ਦਮਾਲਾ ਹੋਵੇ, ਮੈਂ ਵੀ ਕਕਾਰ ਪਾਏ ਹੋਣ। ਪਰ ਕਿਉਂ ਅਜਿਹਾ ਹੋ ਗਿਆ ਵੀ ਚਾਹੇ ਪਾਠੀ ਹੋਣ, ਚਾਹੇ ਕੀਰਤਨੀਏ ਹੋਣ, ਚਾਹੇ ਰਾਗੀ ਹੋਣ, ਢਾਡੀ ਹੋਣ, ਉਹ ਕਹਿੰਦੇ ਅਸੀਂ ਤਾਂ ਬਣ ਗਏ ਪਾਠੀ, ਅਸੀਂ ਤਾਂ ਬਣ ਗਏ ਰਾਗੀ, ਪਰ ਸਾਡੇ ਬੱਚੇ ਨਾ ਬਣਨ। ਗੱਲ ਉੱਥੇ ਹੀ ਆ ਗਈ ਕਿ ਅਜਿਹੀ ਗਿਰਾਵਟ ਕਿੱਥੇ ਆਈ ਵੀ ਜਿੱਥੇ 52 ਕਵੀ ਗੁਰੂ ਕਲਗੀਧਰ ਦੇ ਕੋਲ ਹੁੰਦੇ ਸੀ, ਤੇ ਅੱਜ ਅਸੀਂ 52 ਜੇ ਰਾਗੀ ਢਾਡੀ ਵੀ ਇਕੱਠੇ ਕਰਨੇ ਹੋਣ ਤਾਂ ਸਾਨੂੰ ਕਰਨੇ ਔਖੇ ਪੈ ਜਾਂਦੇ ਆ। ਤੇ ਜੇ ਅਸੀਂ ਚੰਗੇ ਪਾਠੀ ਲੱਭੀਏ, ਜੇ ਅਸੀਂ ਕਹੀਏ ਵੀ ਸਾਨੂੰ ਅਜਿਹੇ ਪਾਠੀ ਸਿੰਘ ਚਾਹੀਦੇ ਨੇ ਜਿਹੜੇ ਲੜੀਵਰ ਸਰੂਪ ਬਿਨਾਂ ਝਿਜਕ ਪਾਣੀ ਵਾਂਗ ਪੜ੍ਹਨ ਤੇ ਵਿਆਖਿਆ ਕਰਕੇ ਸੁਣਾਉਣ, ਉਹਦੇ ਵਿੱਚ ਵੀ ਅਗਰ ਤੁਸੀਂ 100 ਬੁਲਾਏ ਹੋਣਗੇ ਤਾਂ ਮੇਰੇ ਹਿਸਾਬ ਦੇ ਨਾਲ 70-80 ਪਾਠੀ ਸਿੰਘ ਵਾਪਸ ਚਲ ਜਾਣਗੇ, 10-15% ਹੀ ਹੋਣਗੇ ਜਿਹਨਾਂ ਨੂੰ ਆਉਂਦਾ ਹੋਊਗਾ। ਉਹ ਵੀ ਸ਼ਾਇਦ ਮੈਂ ਜ਼ਿਆਦਾ ਕਹਿ ਰਿਹਾ ਹਾਂ। ਫਿਰ ਘਾਟਾ ਕਿੱਥੇ ਆ ਗਈ ਆ? ਤੇ ਸਾਨੂੰ ਕੀ ਅਜਿਹੀ ਲੋੜ ਪੈ ਗਈ ਕਿ ਅਸੀਂ ਪਦਛੇਦ ਸਰੂਪਾਂ ਨੂੰ ਇੰਨਾ ਪ੍ਰਚਾਰਿਆ ਤੇ ਲੜੀਵਾਰ ਨੂੰ ਪਿੱਛੇ ਕਰ ਦਿੱਤਾ? ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ ਮਿਲਾਵਟਾਂ ਵੀ ਹੁੰਦੀਆਂ ਨੇ, ਵਿਦੇਸ਼ਾਂ ਤੋਂ ਸਰੂਪ ਛਪਦੇ ਨੇ, ਜਪਜੀ ਸਾਹਿਬ ਦੇ ਵਿੱਚ ਮਿਲਾਵਟ, ਮੁਹੱਲੇ ਬਦਲ ਦਿੱਤੇ ਜਾਂਦੇ ਨੇ, ਪਰ ਸਾਨੂੰ ਫਰਕ ਨਹੀਂ ਪੈਂਦਾ। ਕਿਉਂ ਫਰਕ ਨਹੀਂ ਪੈਂਦਾ? ਇਹ ਸਵਾਲ ਹੈ। ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਹੜੇ ਪ੍ਰਧਾਨ ਸਾਂਭ ਰਹੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਜਿਸ ਦਾ ਫਰਜ਼ ਬਣਦਾ ਕਿ ਉੱਥੋਂ ਅਜਿਹੇ ਫਰਮਾਨ ਜਾਰੀ ਕੀਤੇ ਜਾਣ ਕਿਸ ਦੀ ਹਿੰਮਤ ਨਾ ਪਵੇ ਅਜਿਹੇ ਕੁਕਰਮ ਕਰਨ ਦੀ, ਪਰ ਉਹ ਸਭ ਚੁੱਪ ਕਿਉਂ ਨੇ? ਕਿਉਂ?
ਸੱਚ ਕਹਿੰਦੀ ਹੈ ਦੁਨੀਆ, ਲਿਫਾਫਿਆਂ ਚੋਂ ਨਿਕਲੇ ਨੇ। ਚਲੋ ਬਲਦੇਵ ਸਿੰਘ ਵਟਾਲਾ ਜੀ ਤੇ ਸਿੰਘ ਸਾਹਿਬ ਸਾਡੇ ਨਾਲ ਨੇ, ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਿੰਘ ਸਾਹਿਬ ਮੈਂ ਇਹੀ ਜਾਣਨਾ ਚਾਹਾਂਗਾ ਵੀ ਜਿਹੜੀਆਂ ਗੱਲਾਂ ਮੈਂ ਕਹੀਆਂ, ਚਾਈਨਾ ਤੋਂ ਸਰੂਪ ਛਪ ਜਾਂਦੇ ਨੇ, ਡੱਬਿਆਂ 'ਚ ਪੈਕ ਹੁੰਦੇ ਨੇ, UPS ਰਾਹੀਂ ਮੀਨਸ ਕੈਨੇਡਾ, ਅਮਰੀਕਾ, ਅਲੱਗ-ਅਲੱਗ ਥਾਂ ਤੇ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹਨੂੰ ਕਿੱਦਾਂ ਦੇਖਦੇ ਹੋ? ਕਿੱਦਾਂ ਹਿੰਮਤ ਪੈ ਗਈ? ਪਹਿਲੀ ਗੱਲ ਤਾਂ PDF ਜਿਹੜਾ ਹੈ, ਖੈਰ ਨਾਗੋਕੇ ਜੀ ਨੇ ਉਹ ਚੀਜ਼ ਕਲੀਅਰ ਕਰਤੀ, ਕਿਉਂਕਿ ਮੇਰੀ ਵਿਊ ਪੁਆਇੰਟ ਜਿੰਨਾ ਕਿ ਮੈਂ ਖੋਜ ਕੀਤੀ ਸੀ ਉਹਦੇ ਵਿੱਚੋਂ ਕੁਝ ਨਿਕਲਿਆ ਤੇ ਕੁਝ ਉਹਨਾਂ ਕੋਲ ਸੀ, ਤਾਂ ਫਿਰ ਪਤਾ ਲੱਗਿਆ ਕਿ ਅੱਜ ਮਲਕ ਦੀ ਕੋਠੀ ਅੰਮ੍ਰਿਤਸਰ ਦੇ ਵਿੱਚ ਸਾਂਭ ਕੌਣ ਰਿਹਾ ਹੈ। ਤਾਂ ਉਹ ਤਾਰਾਂ ਜੁੜ ਗਈਆਂ ਤਾਂ ਸਾਨੂੰ ਕਲੀਅਰ ਹੋ ਗਿਆ ਕਿ ਆਖਿਰ ਸਰੂਪ ਲੈ ਕੇ ਕੌਣ ਗਿਆ, ਉਹ ਪੂਰੀ PDF ਤੇ ਕਿੱਦਾਂ ਉੱਥੇ ਪਹੁੰਚਿਆ। ਪਰ ਇਸ ਦੇ ਉੱਤੇ ਕਾਰਵਾਈ ਕਿਉਂ ਨਹੀਂ? ਜਦੋਂ ਕਿਸੇ ਦੀ ਨਸਲਕੁਸ਼ੀ ਕਰਨੀ ਹੋਵੇ, ਕਿਸੇ ਦਾ ਬੀਜ ਨਾਸ਼ ਕਰਨਾ ਹੋਵੇ, ਤਾਂ ਉਸ ਦਾ ਮੂਲ ਲੱਭਿਆ ਜਾਂਦਾ ਹੈ ਜੀ। ਤੇ ਸਿੱਖ ਪੰਥ ਦਾ ਮੂਲ ਗੁਰੂ ਸ਼ਬਦ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਪੁੱਛਿਆ ਕਿ ਤੁਸੀਂ 4 ਉਦਾਸੀਆਂ ਕੀਤੀਆਂ, ਮੌਲਵੀ, ਜੋਗੀ, ਕਾਜੀ, ਬ੍ਰਾਹਮਣ, ਸਿੱਧ, ਸਮਾਜਿਕ, ਆਰਥਿਕ, ਰਾਜਨੀਤਿਕ, ਕਈ ਤਰ੍ਹਾਂ ਦੇ ਧਾਰਮਿਕ ਲੋਕਾਂ 'ਚ ਗਏ, ਤੁਹਾਡੇ ਕੋਲ ਕਿਹੜੀ ਤਾਕਤ ਸੀ ਕਿ ਤੁਸੀਂ ਹਰ ਮੈਦਾਨ ਫਤਿਹ ਕੀਤੀ? ਜੀ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਜਵਾਬ ਸੀ, ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ, ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹਹਿਰਾਈ। ਜੀ। ਸਾਨੂੰ ਸ਼ਬਦ ਗੁਰੂ ਦਾ ਆਸਰਾ ਹੈ। ਉਹੀ ਗੱਲ 9 ਗੁਰੂ ਸਾਹਿਬਾਨਾਂ ਨੇ ਬਾਅਦ ਵਿੱਚ ਦ੍ਰਿੜ ਕੀਤੀ। ਉਹੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਪੰਥ ਘੋੜਿਆਂ ਦੀਆਂ ਕਾਠੀਆਂ ਤੇ ਕਰਦਾ ਰਿਹਾ। ਤੇ ਜੇ ਰਾਜ ਭਾਗ ਤੇ ਬੈਠਾ, ਕਦੇ ਜੱਸਾ ਸਿੰਘ ਬਾਬੇ ਆਹਲੂਵਾਲੀਏ, ਕਦੇ ਸ਼ੇਰੇ ਪੰਜਾਬ, ਕਦੇ ਨਵਾਬ ਕਪੂਰ ਸਿੰਘ, ਉੱਥੇ ਵੀ ਇਹਨਾਂ ਦਾ ਜਿਹੜਾ ਸੰਤੁਲਨ ਸੀ ਵਿਗੜਿਆ ਨਹੀਂ। ਇਹ ਕਿਹੜੀ ਤਾਕਤ ਹੈ? ਕਹਿੰਦੇ ਸ਼ਬਦ ਗੁਰੂ ਹੈ। ਫਿਰ ਜਦੋਂ ਅਬਦਾਲੀਆਂ ਨੂੰ ਘੇਰਿਆ ਜਾਂਦਾ ਹੈ, ਹਿੰਦੂ ਲੋਕਾਂ ਦੀਆਂ ਬਹੁ ਬੇਟੀਆਂ ਛਡਾ ਕੇ ਲਿਆਂਦੀਆਂ ਜਾਂਦੀਆਂ ਨੇ, ਉਹਨਾਂ ਦੇ ਕਾਫਲੇ ਲੁਟੇਰਿਆਂ ਦੇ ਲੁੱਟੇ ਜਾਂਦੇ ਨੇ, ਤੇ ਉਹਨਾਂ ਦਾ ਧਨ ਜਿਹੜਾ ਗਰੀਬ ਲੋਕਾਂ 'ਚ ਵਾਪਸ ਦਿੱਤਾ ਜਾਂਦਾ ਆ, ਤਾਂ ਉਹ ਦੇਖੋ ਪੁੱਛਿਆ ਜਾਂਦਾ ਵੀ ਇਹਨਾਂ ਕੋਲ ਤਾਕਤ ਕਿਹੜੀ ਹੈ? ਜੀ ਬਿਲਕੁਲ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ। ਉਹ ਕਹਿੰਦਾ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਆਓ, ਇਹਨਾਂ ਦਾ ਦਰਬਾਰ ਸਾਹਿਬ ਢਾਹ ਦਿਓ, ਇਹਨਾਂ ਦਾ ਸਰੋਵਰ ਪੂਰ ਦਿਓ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਆਪਾਂ ਵੀ ਹੁਣ ਉਹ ਤਾਕਤ ਜਿਹੜੀ ਆਪਣੇ 'ਚ ਲਿਆਉਣੀ ਹੈ, ਬਿਲਕੁਲ ਇਹਨਾਂ ਨੂੰ ਟੱਕਰ ਦੇਣੀ ਹੈ। ਹੁਣ ਉਹ ਭਾਵੇਂ ਵਿਰੋਧੀ ਸੀ, ਪਰ ਬੜੀ ਵੱਡੀ ਗੱਲ ਕਰ ਗਿਆ ਇੱਥੇ ਵੀ ਬਾਣੀ 'ਚ ਤਾਕਤ ਹੈ। ਬਿਲਕੁਲ। ਕਿਉਂਕਿ ਜਦੋਂ ਕੁਝ ਨਹੀਂ ਸੀ ਸ਼ਬਦ ਸੀ, ਜਦੋਂ ਕੁਝ ਨਹੀਂ ਬਚਣਾ ਸ਼ਬਦ ਹੋਣਾ ਹੈ। ਮਾਂ ਦੇ ਪੇਟ ਵਿੱਚ ਪੁੱਠੇ ਲਮਕਿਆਂ ਨੂੰ ਸ਼ਬਦ ਰੱਖਦਾ ਹੈ, ਤੇ ਜਿੱਦਣ ਧਰਤੀ ਤੋਂ ਜਾਣਾ ਹੈ ਉਦਣ ਵੀ ਸਾਡੀ ਸੁਰਤ 'ਚ ਸ਼ਬਦ ਹੀ ਹੋਣਾ। ਇਸ ਲਈ ਉਸ ਮੂਲ ਨੂੰ ਖਤਮ ਕਰਨ ਵਾਸਤੇ ਜਿਹੜੀ ਚਾਲ ਚੱਲੀ ਗਈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ, ਜਿਹਨੂੰ ਦਮਦਮੀ ਬੀੜ ਕਹਿੰਦੇ ਸਾਂ, ਉਹ ਹੱਥ ਲਿਖਤ ਸੀ। ਜੀ ਬਿਲਕੁਲ। ਲੜੀਵਾਰ ਸੀ, ਤੇ ਸ਼ਰਾਰਤੀ ਲੋਕਾਂ ਨੇ ਫਿਰ ਲੜੀਵਾਰ ਤੋਂ ਪਦਛੇਦ ਕੀਤੀ। ਜੀ। ਜਿਹੜੀ ਲਿਖੀ ਜਾਂਦੀ ਸੀ, ਲਿਖਾਰੀ ਸਾਰੇ ਨਹੀਂ ਹੋ ਸਕਦੇ, ਛਾਪਣ ਵਾਲਾ ਕੋਈ ਵੀ ਪ੍ਰਿੰਟ ਕਰ ਦਿੰਦਾ। ਜੀ। ਉੱਥੇ ਵੀ ਲਿਆ ਕੇ ਖਿਆਨਤ ਕੀਤੀ ਗਈ ਕਿ ਲਿਖਣ ਦੀ ਬਜਾਏ ਛਪਣ ਲਾ ਦਿਓ। ਬਿਲਕੁਲ। ਤੇ ਜਿਹੜੀ ਛਪਣ ਦੀ PDF ਸੀ, ਉਹ ਹੁਣ ਸ਼੍ਰੋਮਣੀ ਕਮੇਟੀ ਕੋਲੇ ਆ। ਬਿਲਕੁਲ। ਔਰ ਉੱਥੇ ਇਹ ਵੀ ਐਕਟ ਦੁਆਰਾ ਜਾਂ ਸੰਵਿਧਾਨ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਐਕਟ ਆ, ਉਸ ਮੁਤਾਬਕ ਉੱਥੇ ਵੀ ਹੈ ਕਿ ਕਿੰਨੇ ਸਰੂਪ ਛਪਣੇ ਨੇ, ਕਿੰਨੇ ਕਿੱਥੇ ਭੇਜਣੇ ਨੇ, ਉਹ ਬਕਾਇਦਾ DC ਨੂੰ ਦੱਸਣੇ ਹੋਣਗੇ। ਬਿਲਕੁਲ। ਉਹ ਸਾਰਾ ਗੈਰ ਕਾਨੂੰਨੀ ਕਰਕੇ, ਔਰ ਉਹ ਜਾ ਕੇ ਮੇਡ ਇਨ ਚਾਈਨਾ ਥਮਿੰਦਰ ਆਨੰਦ ਉੱਥੇ ਜਾ ਕੇ ਛਪਾਉਂਦਾ ਹੈ, ਤੇ ਸ਼੍ਰੋਮਣੀ ਕਮੇਟੀ ਦੀ ਮਿਲੀ ਭੁਗਤ ਨਾਲ ਛਪਾਉਂਦਾ ਹੈ। ਉਹ 1000 ਸਰੂਪ ਜਿਹੜੀ ਦਮਦਮੀ ਬੀੜ ਸੀ, ਲੜੀਵਾਰ ਬੀੜ ਸੀ, ਅੱਜ ਉਹ ਬਣ ਗਈ ਮੇਡ ਇਨ ਚਾਈਨਾ ਬੀੜ। ਬਿਲਕੁਲ। ਬਣਾਤੀ ਨਾ ਉੱਥੇ। ਬਿਲਕੁਲ ਜੀ। ਹੁਣ ਜਿਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਪਾਲਕੀ ਸਾਹਿਬ 'ਚ ਸੋਨੇ ਦੀ 'ਚ ਮੋਢਾ ਲਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਰਬਾਰ ਸਾਹਿਬ ਲਿਆਉਂਦੇ ਹੋ, ਦਰਬਾਰ ਸਾਹਿਬ ਤੋਂ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਕੋਠਾ ਸਾਹਿਬ ਲੈ ਕੇ ਜਾਂਦੇ ਹੋ, ਇਹ ਅੱਜ ਦੇ ਜਥੇਦਾਰਾਂ ਨੂੰ ਪੁੱਛੋ ਜਿਹੜੇ ਦਿਹਾੜੀਦਾਰ ਜਥੇਦਾਰ ਬਣਾਏ ਨੇ। ਮੁਲਾਜ਼ਮ ਜਥੇਦਾਰ ਨਹੀਂ ਹੁੰਦਾ ਜੀ, ਤੇ ਜਥੇਦਾਰ ਮੁਲਾਜ਼ਮ ਨਹੀਂ ਹੁੰਦਾ, ਪਰ ਇੱਥੇ ਮੁਲਾਜ਼ਮ ਲਾਏ ਹੋਏ ਆ, ਜਿਹਦੇ ਕਰਕੇ ਉਹ
ਨਹੀਂ ਬੋਲ ਸਕਦੇ। ਬਿਲਕੁਲ। ਉਹ ਜੈਸ ਬੌਸ ਤਾਂ ਕਹਿ ਸਕਦੇ ਆ, ਪਰ ਅਕਾਲੀ ਫੂਲਾ ਸਿੰਘ ਵਾਲਾ ਹੁਕਮਨਾਮਾ ਜਾਰੀ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੇ ਗੋਡਿਆਂ 'ਚ ਲੰਗਰ ਦੀ ਮੂੰਗੀ ਫਸੀ ਹੋਈ ਹੈ। ਗੱਲ ਉੱਥੇ ਤਾਂ ਹੀ ਨਿਗਾਰ ਵੀ ਤਾਂ ਹੀ ਆਇਆ, ਨਿਗਾਰ ਡੇਰਾ ਆ ਵੀ ਗਿਆ। ਤਾਂ ਹੀ ਸਾਡਾ ਬੈਠਾ ਹੁਣ ਉੱਥੇ ਵੱਡੀ ਇਹ ਦਿੱਕਤ ਆ ਕਿ ਇਹਨਾਂ ਦੇ ਜਿੰਨੇ ਮੈਂਬਰ ਨੇ, ਪ੍ਰਧਾਨ ਨੇ, ਇਹਨਾਂ ਦੇ ਜਥੇਦਾਰ ਨੇ, ਇਹ ਕਿਸੇ ਨਾ ਕਿਸੇ ਦੀਆਂ ਕਠਪੁਤਲੀਆਂ ਨੇ, ਜਿਹਦੇ ਕਰਕੇ ਇਹਨਾਂ ਨੂੰ ਹੁਣ ਸਵਾਲ ਕੀਤਾ ਜਾਏ ਕਿ ਜਿਹੜਾ ਸੋਨੇ ਦੀ ਪਾਲਕੀ 'ਚ ਗੁਰੂ ਗ੍ਰੰਥ ਸਾਹਿਬ ਹੈ ਕੀ ਉਹ ਹੋਰ ਹੈ, ਤੇ ਜਿਹੜਾ ਮੇਡ ਇਨ ਚਾਈਨਾ ਬਣ ਗਿਆ, ਜਿਹੜਾ ਤੁਹਾਡੀ ਮਿਲੀ ਭੁਗਤ ਨਾਲ, ਕੀ ਉਹ ਹੋਰ ਹੈ? ਉਹ ਡੱਬਿਆਂ 'ਚ ਬੰਦ ਹੋ ਕੇ UPS ਰਾਹੀਂ ਸਿਗਟਾਂ ਪੀਣ ਵਾਲੇ ਗੋਰੇ ਉੱਥੇ ਗੁਰਦੁਆਰਿਆਂ 'ਚ ਇਵੇਂ ਵੰਡਦੇ ਫਿਰਦੇ ਆ ਜਿਵੇਂ ਕੋਈ ਉੱਥੇ ਹੋਰ ਗਰੋਸਰੀ ਜਾਂ ਕੋਈ ਸਮਾਨ ਵੰਡਦਾ ਹੋਵੇ। ਤੇ ਜਿਹੜੇ ਉੱਥੇ ਦੇ ਪ੍ਰਧਾਨ ਨੇ, ਪੱਗਾਂ 'ਚ ਸਿਰ ਫਸਾਉਣ ਵਾਲੇ ਸਿੱਖ, ਜੇ ਸਿੱਖ ਹੁੰਦੇ ਤੇ ਸ਼ਾਇਦ ਪੱਗ ਦੀ ਲੱਜ ਰੱਖਦੇ, ਪਰ ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਨਕਲੀ ਬਣੇ ਅਖੌਤੀ ਪ੍ਰਬੰਧਕਾਂ ਨੇ ਉਹ ਡੱਬਿਆਂ ਦੇ ਵਿੱਚੋਂ ਮਹਾਰਾਜ ਜੀ ਦੇ ਸਰੂਪ ਵੀ ਲੈ ਲਏ ਔਰ ਇਹ ਗੱਲ ਬਾਹਰ ਨਹੀਂ ਆਉਣ ਦਿੱਤੀ ਜੀ। ਜਦੋਂ ਇਸ ਗੱਲ ਦੀ ਭਿਣਕ ਸਾਨੂੰ ਪਈ, ਅਸੀਂ ਇੱਥੋਂ ਭਾਈ ਸੁਖਵਿੰਦਰ ਸਿੰਘ ਨਾਗੋਕਿਆਂ ਦੇ ਨਾਲ ਸੰਪਰਕ ਬਣਾਇਆ ਕਿ ਮੈਨੂੰ ਪਤਾ ਲੱਗਿਆ ਕਿ 1000 ਸਰੂਪ ਮਹਾਰਾਜ ਜੀ ਦਾ ਚਾਈਨਾ 'ਚ ਛਪ ਕੇ ਡੱਬਿਆਂ 'ਚ ਬੰਦ ਹੋ ਕੇ ਅਮਰੀਕਾ ਪਹੁੰਚਿਆ। ਉਹਨਾਂ ਨੇ 6 ਮਹੀਨਿਆਂ ਦੀ ਮੁਸ਼ੱਕਤ ਕਰਕੇ ਜੀ ਇਹ ਬੰਦੇ ਸਾਰੇ ਨੰਗੇ ਕੀਤੇ ਬਿਲਕੁਲ। ਔਰ ਉਹ ਸੱਚ ਸਾਹਮਣੇ ਲਿਆਉਣ ਤੋਂ ਬਾਅਦ ਕੀ ਹੋਇਆ ਜੀ, ਜਿਹੜਾ ਇਹਨਾਂ ਦਾ ਤੁਸੀਂ ਕਹਿ ਰਹੇ ਹੋ ਵੀ ਇਹਨਾਂ 'ਤੇ ਕਾਰਵਾਈ ਕਰੋ, ਇਹਨਾਂ ਲੋਕਾਂ ਨੇ ਅਕਾਲ ਤਖਤ 'ਤੇ ਉਹਨਾਂ ਨੂੰ ਬੁਲਾ ਕੇ ਕਹਿੰਦੇ ਜੀ $125 ਦੀ ਦੇਗ ਕਰਾਓ, 7 ਦਿਨ ਕੀਰਤਨ ਸੁਣੋ, ਜੋੜੇ ਝਾੜੋ, ਭਾਂਡੇ ਮਾਂਜੋ ਤੇ ਤੁਸੀਂ ਬਰੀ ਹੋ ਸਕਦੇ। ਹੁਣ ਇਹ ਸੰਗਤ ਸਵਾਲ ਕਰੇ, ਇਹ ਜਦੋਂ ਤੁਹਾਡੇ ਭੋਗਾਂ 'ਤੇ ਆਉਣ, ਤੁਹਾਡੇ ਵਿਆਹਾਂ 'ਚ ਆਉਣ, ਤੁਹਾਡੇ ਸਮਾਗਮਾਂ 'ਚ ਪਹੁੰਚਣ, ਇਹਨਾਂ ਨੂੰ ਪੁੱਛੋ ਕਿ ਜੇ $125 ਲਾ ਕੇ ਤੁਸੀਂ ਅਮਰੀਕਾ ਦੇ ਉਹਨਾਂ ਦੋਸ਼ੀਆਂ ਨੂੰ ਮਾਫੀ ਦੇ ਸਕਦੇ ਹੋ, ਤੇ ਫਿਰ ਬੇਅਦਬੀ ਦੀਆਂ ਘਟਨਾਵਾਂ ਤੇ ਸੌਦੇ ਸਾਧ ਨੂੰ ਗਾਲਾਂ ਕਢਾ ਕੇ ਸਾਡੀ ਨੌਜਵਾਨੀ ਨੂੰ ਜੇਲ੍ਹਾਂ 'ਚ ਕਿਉਂ ਘੱਲ ਰਹੇ ਹੋ? ਫਿਰ ਉਹਨੂੰ ਵੀ ਉੱਥੇ ਬੁਲਾ ਕੇ $125 ਦੀ ਦੇਗ ਲਾ ਕੇ ਮਾਫ ਕਰ ਦਿਓ, ਕਿਉਂਕਿ ਤੁਹਾਡਾ ਪੈਮਾਨਾ ਹੀ ਇਹ ਆ। ਤੇ ਦੂਸਰਾ ਵੀ ਦੱਸਿਓ ਵੀ ਜਿਹੜਾ ਪੰਥ 550 ਸਾਲ ਤੋਂ ਕਥਾ ਨੂੰ, ਕੀਰਤਨ ਨੂੰ, ਲੰਗਰ ਸੇਵਾ ਨੂੰ, ਜੋੜਿਆਂ ਦੀ ਸੇਵਾ ਨੂੰ ਇੱਕ ਭਗਤੀ ਸੇਵਾ ਸਮਝਦਾ ਆਉਂਦਾ ਹੈ, ਉਹਨਾਂ ਨੂੰ ਵੀ ਦੱਸਿਓ ਵੀ ਤੁਸੀਂ ਸੇਵਾ ਕਰ ਰਹੇ ਹੋ ਕਿ 550 ਸਾਲ ਤੋਂ ਸਜ਼ਾ ਭੁਗਤ ਰਹੇ ਹੋ। ਬਿਲਕੁਲ, ਇਹ ਵੀ ਦੱਸਿਆ ਜਾਏ। ਔਰ ਇਹਨਾਂ ਲੋਕਾਂ ਨੇ ਇਹ ਕੁਛ ਉੱਥੇ ਬੈਠ ਕੇ ਕੀਤਾ ਆ ਔਰ ਇਹ ਕਰਨਗੇ, ਕਿਉਂਕਿ ਇਹ ਲੋਕ ਜਿਹੜੇ ਨੇ ਸਿੱਖ ਵਿਰੋਧੀ ਜਮਾਤਾਂ ਦੀਆਂ ਕਠਪੁਤਲੀਆਂ ਨੇ, ਜਿਨ੍ਹਾਂ ਨੂੰ ਕੁਰਸੀ, ਪੈਸਾ, ਚੌਧਰ ਦੀ ਭੁੱਖ ਹੈ। ਇਹ ਜਿੱਥੋਂ ਮਿਲ ਜੇ ਇਹ ਉਸੇ ਦੇ ਪੁੱਤਰ ਬਣ ਜਾਂਦੇ ਨੇ। ਇਹ ਗੁਰੂ ਸਾਹਿਬ ਨਾਲ ਇਹਨਾਂ ਨੂੰ ਕੋਈ ਲੇਕਾ ਦੇਕਾ ਨਹੀਂ, ਕੋਈ ਲੈਣਾ ਦੇਣਾ ਨਹੀਂ। ਪੰਥ ਵਸੇ ਮੈਂ ਉਜੜਾ, ਉਹ ਤਾਂ ਵਿਚਾਰੇ ਉਹ ਕਿਤੇ ਹੋਰ ਹੀ ਬੈਠੇ ਤੁਰੇ ਫਿਰਦੇ ਹਨ। ਮੈਨੂੰ ਬਹੁਤ ਸਾਰੇ ਸਿੰਘ ਸਾਹਿਬ ਕਾਲਸ ਆਉਂਦੀਆਂ ਨੇ ਜੀ, ਤੇ ਉਹ ਕਹਿੰਦੇ ਨੇ ਵੀ ਗੁਰੂ ਕਲਗੀਧਰ ਨੇ ਕਿਹਾ ਸੀ ਵੀ ਮਸੰਦ ਤੁਹਾਡੇ ਵਿੱਚ ਹੁਣ ਦੁਆਰ ਤੋਂ ਜੰਮਣਗੇ, ਤੁਹਾਡੇ ਵਰਗੇ ਭੇਸ ਵਾਲੇ ਹੋਣਗੇ। ਹਿਸਟਰੀ ਦੇ ਵਿੱਚ ਕਿਤੇ ਜਿੱਥੇ ਮੁਸਲਮਾਨਾਂ ਨੂੰ ਦਫਨਾਣਾ ਸੀਗਾ ਤੇ ਉੱਥੇ ਇੱਕੋ ਹੀ ਅੰਗੀਠਾ ਲਾ ਕੇ ਉਹਨਾਂ ਨੂੰ ਅਗਨ ਭੇਟ। ਹਾਂ, ਇੱਥੇ ਵੀ ਮੈਂ ਬੇਨਤੀ ਕਰਦੇ ਹਾਂ, ਮੁਸਲਮਾਨਾਂ ਨਾਲ ਸਾਡੀ ਲੜਾਈ ਨਹੀਂ ਆ, ਇਹ ਗੱਲਾਂ ਸਾਡੇ 'ਚ ਫਸਾਈਆਂ ਗਈਆਂ ਆ। ਅਸੀਂ ਮੁਸਲਮਾਨਾਂ ਨਾਲ ਨਹੀਂ ਲੜੇ, ਅਸੀਂ ਹਿੰਦੂ ਨਾਲ ਨਹੀਂ ਲੜੇ, ਅਸੀਂ ਕਿਸੇ ਈਸਾਈ ਨਾਲ ਨਹੀਂ ਲੜਦੇ। ਸਾਡੀ ਲੜਾਈ ਜਮਹੂਰੀਅਤ ਦੀ ਹੈ। ਜੇ ਅਸੀਂ ਔਰੰਗਜ਼ੇਬ ਨਾਲ ਲੜੇ ਹਾਂ ਤੇ ਸਾਡਿਆਂ ਨੇ ਇੱਥੇ ਪੱਗਾਂ ਵਾਲੇ ਵੀ ਸੋਧੇ ਆ। ਬਿਲਕੁਲ, ਕਿਉਂ? ਉਹਨਾਂ ਨੇ ਜ਼ੁਲਮ ਕੀਤਾ ਹੈ। ਉੱਥੇ ਲੜਾਈ ਕਿਸੇ ਮੁਸਲਮਾਨ ਦੀ ਨਹੀਂ ਆ। ਤੇ ਇਸ ਤਰ੍ਹਾਂ ਦਾ ਸਾਡੇ 'ਚ ਵਿਸ਼ਵਾਸ ਹੈ ਨਹੀਂ ਹੈ ਸਿੱਖ ਮੱਤ ਦੇ ਅੰਦਰ ਵੀ ਇਕੱਠੇ ਸਾਡੇ ਨਾਲ ਵੀ ਇਸ ਤਰ੍ਹਾਂ ਜੰਮ ਪੈਂਦੇ ਨੇ। ਇਹ ਗੁਰਮਤਿ ਇਸ ਨੂੰ ਆਗਿਆ ਨਹੀਂ ਦਿੰਦੀ। ਬਿਲਕੁਲ। ਰਹੀ ਗੱਲ ਤੁਹਾਡੀ ਨਸਲਕੁਸ਼ੀ ਦੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਤੁਹਾਨੂੰ ਦੂਰ ਕਰਨ ਵਾਸਤੇ ਜਿੱਥੇ ਇਹ ਘਟਨਾਕ੍ਰਮ ਵਾਪਰਿਆ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ, ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਸਾਡੇ ਦਸਤਾਵੇਜ਼, ਉਹ ਦਮਦਮੀ ਬੀੜ ਜਿਹਦੇ 'ਤੇ ਮਹਾਰਾਜ ਖੁਦ ਦਸਤਖਤ ਕਰਕੇ ਆਪਣੇ ਹਸਤਾਖਰਾਂ ਦੇ ਨਾਲ ਪੰਥ ਨੂੰ ਦਿੰਦੇ ਨੇ, ਉਹ ਸਾਡਾ ਗੁਰੂ ਹੈ ਤੇ ਸਾਡਾ ਦਸਤਾਵੇਜ਼ ਹੈ। ਉਹ ਅੱਜ ਸ਼੍ਰੋਮਣੀ ਕਮੇਟੀ ਦੱਸੇ ਕਿੱਥੇ ਹੈ, ਉਹਦੇ ਵੀ ਦਰਸ਼ਨ ਕਰਾਓ। ਤੁਸੀਂ 84 ਦੀ ਜਿਹੜੀ ਬੀੜ ਸੀ ਉਹਨੂੰ ਗੋਲੀਆਂ ਮਰਵਾ ਕੇ ਤੇ ਅੱਜ ਦਿਖਾਉਂਦੇ ਹੋ 6 ਜੂਨ ਨੂੰ, ਆਹ ਦੇਖੋ ਜੀ ਸਰਕਾਰ ਨੇ ਗੋਲੀ ਮਾਰ ਦਿੱਤੀ, ਇਹ ਮਰਵਾਈ ਤਾਂ ਤੁਸੀਂ ਸੀ। ਤੁਸੀਂ ਅੱਜ ਉਹਦੇ ਦਰਸ਼ਨ ਕਰਾ ਰਹੇ ਹੋ
ਤੇ ਜਿਹੜੀ ਦਮਦਮੀ ਬੀੜ ਮਹਾਰਾਜ ਜੀ ਦੀ ਉਹ ਕਿੱਥੇ, ਉਹਦੇ ਵੀ ਦਰਸ਼ਨ ਕਰਾ ਦਿਓ, ਅਸੀਂ ਵੀ ਉਹਦੇ ਦਰਸ਼ਨ ਕਰ ਲਈਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਮੈਂ ਉਹਨੂੰ ਤੁਹਾਨੂੰ ਨਸਲ ਕੁਸ਼ੀ ਦੀ ਗੱਲ ਤੁਹਾਡੀ ਦੀ ਵੀ ਬਾਣੀ ਤੋਂ ਕਿੱਥੇ ਤੱਕ ਸਾਨੂੰ ਲੈ ਕੇ ਜਾਣਗੇ। ਰੱਬ ਕਰੇ ਮੈਂ ਇਹ ਜੋ ਕਹਿ ਰਿਹਾ ਝੂਠ ਨਿਕਲੇ, ਜੋ ਸੋਚਦਾ ਹੈ ਜੀ। ਔਰ ਪੁਰਾਤਨ ਸਰੂਪ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਅੱਜ ਰੌਲਾ ਪੈ ਰਿਹਾ ਵੀ ਉਹ ਕਿੱਥੇ ਨੇ ਦੱਸੇ ਜਾਣ। ਔਰ ਪਿਛਲੇ ਦਿਨੀ ਇਹ ਵੀ ਪਤਾ ਲੱਗਿਆ ਕਿ ਪੁਰਾਤਨ ਸਰੂਪ ਇਹਨਾਂ ਨੇ ਜਿਹੜੇ ਦਿੱਲੀੋਂ ਵਾਪਸ ਆਏ ਸੀ ਉਹਨਾਂ ਵਿੱਚ ਵੀ ਹੇਰਾਫੇਰੀ ਕੀਤੀ। ਫਿਰ ਜਿਹੜੇ ਪੁਰਾਤਨ ਸਰੂਪ ਨੇ ਉਹਨਾਂ ਨੂੰ ਲੱਭ ਕੇ ਸੰਸਕਾਰ ਕੀਤਾ ਜਾ ਰਿਹਾ ਆ। ਜਿਹੜੇ ਸਾਡੇ ਕੋਲ ਰਹਿ ਗਏ ਨੇ ਪਦ ਛੇਦ ਮਸ਼ੀਨੀ ਸਰੂਪ ਰਹਿ ਗਏ ਆ। ਜੇ ਰਾਮ ਸ਼ਬਦ ਲਿਖੀਆਂ ਇੱਟਾਂ ਦੱਬੀਆਂ ਜਾ ਸਕਦੀਆਂ ਨੇ ਦਰਬਾਰ ਸਾਹਿਬ, ਗੁਰਦੁਆਰਾ ਡਾਂਗਮਾਰ ਸਾਹਿਬ ਨੂੰ ਮੰਦਿਰ ਬਣਾਇਆ ਜਾ ਸਕਦਾ ਹੈ, ਗਿਆਨ ਗੋਦੜੀ ਨੂੰ ਬਣਾਇਆ ਜਾ ਸਕਦਾ। ਮੈਂ ਕਿਸੇ ਦੇ ਖਿਲਾਫ ਨਹੀਂ ਹਾਂ, ਪਰ ਸਾਡੇ ਨਾਲ ਜਿੱਥੇ ਧੱਕਾ ਹੋ ਰਿਹਾ ਮੈਂ ਉਹ ਬੇਨਤੀ ਕਰ ਰਿਹਾ ਹਾਂ, ਕਿਧਰੇ ਹੋਰ 10 20 50 ਸਾਲਾਂ ਨੂੰ ਇਹਨਾਂ ਦੇ ਦਾੜੀਆਂ ਵਾਲੇ ਬੰਦੇ ਕਿਰਪਾਨਾਂ ਪਾ ਕੇ ਟੀਵੀ ਚੈਨਲਾਂ ਤੇ ਇੱਕ ਡਿਬੇਟ ਸ਼ੁਰੂ ਕਰਨਗੇ। ਇੱਕ ਸਾਡੇ ਕੋਲੇ ਵੀ ਗ੍ਰੰਥ ਹੈ ਜਿਹੜਾ 5000 ਸਾਲ ਪੁਰਾਣਾ ਹੈ, ਹੋਵੇਗਾ ਗੁਰੂ ਗ੍ਰੰਥ ਸਾਹਿਬ ਜੀ, ਪਰ ਕਹਿਣਗੇ ਉਸ ਨੂੰ ਕੁਝ ਹੋਰ। ਔਰ ਉਹਦੇ ਤੇ ਡਿਬੇਟ ਸ਼ੁਰੂ ਹੋਏਗੀ ਕਿ ਤੁਹਾਡੇ ਗੁਰੂ ਨੇ ਸਾਡੀ ਨਕਲ ਮਾਰੀ ਹੋਈ ਹੈ। ਜੇ ਕੋਈ ਤੁਹਾਡੇ ਤੋਂ ਅਸਲੀ ਉਹਦਾ ਦਸਤਾਵੇਜ਼ ਹੈ ਤਾਂ ਸਾਹਮਣੇ ਲਿਆਓ। ਉਹ ਜਿਹੜੇ ਸਾਹਮਣੇ ਲਿਆਉਣ ਵਾਲੇ ਦਸਤਾਵੇਜ਼ ਨੇ ਉਹ ਇਹਨਾਂ ਅਖੌਤੀ ਪੰਥਕਾਂ ਦੇ ਰਾਹੀਂ ਨਰੈਣੂ ਮਹੰਤਾਂ ਦੇ ਵਾਰਸ ਇਹ ਮਸੰਦ ਮਹਿਕਮਾ ਜਿਹੜਾ ਹੈ ਇਹ ਖਤਮ ਕਰਕੇ ਰੱਖ ਰਹੇਗਾ। ਜਿਹੜੇ ਅੱਜ ਬੋਲ ਨਹੀਂ ਰਹੇ, ਇਹਨਾਂ ਦਾ ਨਿਸ਼ਾਨਾ ਬੇਸਿਕਲੀ ਉਹ ਹੈ, ਕਿਉਂਕਿ ਸਿੱਖ ਦੀ ਮੌਤ ਬਾਣੀ ਤੋਂ ਬਿਨਾਂ ਹੈ, ਮੱਛੀ ਦੀ ਮੌਤ ਪਾਣੀ ਤੋਂ ਬਿਨਾਂ ਹੈ। ਦੁਸ਼ਮਣ ਨੇ ਇਸ ਗੱਲ ਨੂੰ ਵੇਖ ਲਿਆ। ਭਾਈ ਤਾਰੂ ਸਿੰਘ ਦਾ ਖੋਪਰ ਲੱਥਿਆ ਵੀ ਵੇਖਿਆ। ਭਾਈ ਅਨੋਖ ਸਿੰਘ ਨੂੰ ਅੰਮ੍ਰਿਤਸਰ ਦੀ ਮਾਲ ਮੰਡੀ 'ਚ ਇੰਨਾ ਕੁ ਤਸ਼ੱਦਦ ਕੀਤਾ ਗਿਆ, ਸਰੀਏ ਆਰ ਪਾਰ ਕਰ ਦਿੱਤੇ, ਖੋਪਰੀ ਲਾਹ ਦਿੱਤੀ, ਅੰਗ ਵਿੰਨ ਦਿੱਤਾ, ਅੱਖਾਂ ਕੱਢ ਦਿੱਤੀਆਂ, ਜ਼ਬਾਨ ਬਚੀ ਸੀ। ਤੇ ਭਾਈ ਅਨੋਖ ਸਿੰਘ ਨੇ ਜਦੋਂ ਇਹ ਗੱਲ ਕਹੀ ਸੀ ਨਾਲ ਬੈਠੇ ਸਿੰਘ ਨੂੰ, ਸਿੰਘਾ ਵੇਖੀ ਦਿਨ ਡੁੱਬ ਗਿਆ ਹੈ। ਕਹਿੰਦੇ ਕਿਉਂ? ਪੁਲਿਸ ਵਾਲਾ ਪੁੱਛਦਾ ਹੁਣ ਤੂੰ ਕੀ ਕਰਨਾ ਹੈ? ਕਹਿੰਦਾ ਜੇ ਜ਼ਬਾਨ ਬਚੀ ਆ ਸੋਦਰ ਦਾ ਪਾਠ ਕਰ ਲਵਾਂ। ਵਾਹਿਗੁਰੂ। ਮਰਨਾ ਹੀ ਉਦਣ ਹੈ ਜਿੱਦਣ ਸਾਡੇ ਚੋਂ ਬਾਣੀ ਚਲੀ ਗਈ। ਇੱਥੋਂ ਇਸ ਲਈ ਸਪਸ਼ਟ ਹੈ ਇਹ ਲੋਕ ਹੁਣ ਬਾਣੀ ਨੂੰ ਖਤਮ ਕਰਨ ਦੀ ਤਿਆਰੀ 'ਚ ਨੇ ਔਰ ਉਸ ਲਈ ਇਹ ਵੱਡਾ ਯੋਗਦਾਨ ਪਾ ਰਹੇ ਨੇ। ਤੇ ਅੱਜ ਉਹ ਵੀ ਲੋਕ ਆ ਗਏ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਉਹ ਵੀ ਲੋਕ ਆ ਗਏ ਜਿਹੜੇ ਕਹਿੰਦੇ ਨੇ ਹਿੰਦੂਆਂ ਵਿੱਚੋਂ 5 ਪਿਆਰੇ ਸਨ। ਨਹੀਂ ਭਾਈ, ਹਿੰਦੂ ਸ਼ੂਦਰ ਨਹੀਂ, ਸ਼ੂਦਰ ਹਿੰਦੂ ਨਹੀਂ, ਤੇ 5 ਪਿਆਰੇ ਸਾਰੇ ਸ਼ੂਦਰਾਂ ਵਿੱਚੋਂ ਸਨ। ਬਿਲਕੁਲ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਖਾਲਸਾ ਬਣਾ ਕੇ ਸਾਹਮਣੇ ਪੇਸ਼ ਕੀਤਾ। ਇਸ ਲਈ ਇਹਨਾਂ ਦਾ ਜਿਹੜਾ ਅਟੈਕ ਹੈ ਉਹ ਧੁਰਕੀ ਬਾਣੀ ਨੂੰ ਖਤਮ ਕਰਨ ਤੇ ਹੁਣ ਆਪਾਂ ਦੇਖਣਾ ਹੈ ਕਿ ਸਤਿਗੁਰਾਂ ਦੇ ਅਦਬ ਨੂੰ, ਉਹਨਾਂ ਦੀ ਹੋਂਦ ਨੂੰ ਬਾਬਾ ਮੱਖਣ ਸ਼ਾਹ ਬਣ ਕੇ ਮੋਢਾ ਲਾਉਣਾ ਹੈ। ਸਤਿਗੁਰੂ ਕਦੇ ਤੂੰ ਸਾਡੇ ਬੇੜਿਆਂ ਨੂੰ ਮੋਢੇ ਲਾਏ, ਅੱਜ ਮੱਖਣ ਸ਼ਾਹ ਦੇ ਸਿਰ ਤੇ ਹੱਥ ਰੱਖਿਓ, ਤੁਹਾਡਾ ਪੁੱਤ ਹੈ, ਤੁਹਾਡੇ ਬੇੜੇ ਨੂੰ ਮੋਢਾ ਲਾਊਗਾ। ਜਿਹੜੇ ਮਸੰਦਾਂ ਨੇ ਤੁਹਾਡੇ ਤੇ ਗੋਲੀ ਚਲਾਈ ਇਹਨਾਂ ਦੀਆਂ ਮੁਸ਼ਕਾਂ ਬੰਨ੍ਹ ਕੇ ਰੱਖਦਾ, ਇਹ ਤਾਕਤ ਬਖਸ਼ਿਓ। ਇਹ ਸਾਡਾ ਸਾਰਾ ਘਟਨਾਕ੍ਰਮ ਜਿਹੜਾ ਬੇਸਿਕਲੀ ਇੱਧਰ ਨੂੰ ਜਾਂਦਾ ਹੈ। ਬਿਲਕੁਲ, ਅਗਰ ਸਿੱਖ ਇਤਿਹਾਸ ਦੀ ਗੱਲ ਕੀਤੀ ਜਾਵੇ, ਕਿਉਂਕਿ ਇਤਿਹਾਸ ਦੀ ਜਿਹੜੀਆਂ ਕਿਤਾਬਾਂ ਸਾਡੇ ਵੇਲੇ ਜਦੋਂ ਮਤਲਬ 80s ਦੇ ਵਿੱਚ ਜਾਂ 90s ਦੇ ਵਿੱਚ ਜਿਹੜੀਆਂ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਜਾਂ ਵੈਸੇ ਹਿਸਟਰੀ ਦੀਆਂ ਬੁੱਕਸ ਸੀਗੀਆਂ, ਉਹਨਾਂ ਵਿੱਚ ਇਤਿਹਾਸ ਕਾਫੀ ਹੱਦ ਤੱਕ ਸਹੀ ਸੀ ਵੀ ਕਿੰਨਾ ਕੀ ਗੈਰ ਰਾਜਿਆਂ ਨੇ ਹਿੰਦੁਸਤਾਨ ਉੱਤੇ ਰਾਜ ਕੀਤਾ, ਕਿੰਨੀ ਦੇਰ ਮਤਲਬ ਹਿੰਦ ਹਕੂਮਤ ਨੂੰ ਗੁਲਾਮ ਬਣਾ ਕੇ ਰੱਖਿਆ ਉਸ ਵੇਲੇ, ਜਾਂ ਹਿੰਦੁਸਤਾਨ ਨੂੰ ਗੁਲਾਮ ਬਣਾ ਕੇ ਰੱਖਿਆ, ਜਾਂ ਸਿੱਖਾਂ ਨਾਲ ਟਾਕਰਾ ਮਹਾਰਾਜਾ ਰਣਜੀਤ ਸਿੰਘ ਨਾਲ ਪਹਿਲੀ ਵਾਰ ਕਦੋਂ ਹੁੰਦਾ, ਉਸ ਤੋਂ ਬਾਅਦ ਕਦੋਂ ਰਾਜ ਉਜੜਦਾ ਹੈ, ਕਦੋਂ ਉਸ ਤੋਂ ਬਾਅਦ ਸਿੱਖਾਂ ਨੂੰ ਗੁਲਾਮ ਕੀਤਾ ਜਾਂਦਾ ਹੈ। ਪਰ ਅੱਜ ਜਿਹੜੀਆਂ ਕਿਤਾਬਾਂ ਹੈ ਨੇ ਭਾਈ ਸਿਰਸਾ ਜੀ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਚੀਜ਼ਾਂ ਚੱਕ ਰਹੇ ਨੇ। ਹੁਣ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਨੇ ਸਿਰਸਾ ਜੀ ਕਿਹੜੇ? ਭਾਈ ਬਲਦੇਵ ਸਿੰਘ ਸਿਰਸਾ ਜੀ। ਹਾਂ, ਮੈਂ ਕਿਹਾ ਸਿਰਸੇ ਦਾ ਖੁਲਾਸਾ ਕਰ ਦਿਓ। ਇੱਕ ਉਹ ਵਾ ਜਿਹੜਾ ਉਹਨਾਂ ਦੀ ਟੱਲੀ ਗੱਲ 'ਚ ਪਾ ਕੇ ਤੁਰਿਆ ਫਿਰਦਾ। ਨਹੀਂ ਜੀ ਨਹੀਂ, ਭਾਈ ਬਲਦੇਵ ਸਿੰਘ ਸਿਰਸਾ ਜੀ ਜੀ ਉਹਨਾਂ ਨੇ ਮਤਲਬ ਬੁੱਕਸ ਦੇ ਵਿੱਚ ਜਿੱਥੇ ਉਹਨਾਂ ਨੂੰ ਜਿਹੜੇ ਬੰਦੇ ਨੇ ਬਲਾਤਕਾਰੀ ਲਿਖਤਾ ਕਿ ਉਸ ਦੇ ਉੱਤੇ SGPC ਪਰਚਾ ਨਹੀਂ ਸੀ ਕਰਾ ਸਕਦੀ, ਜਿਹੜੀ ਬੁੱਕ ਤੇ ਸਾਈਨ ਕਰਕੇ ਪਾਸ ਕਰ ਦਿੱਤੀ। ਜਿਹਨਾਂ ਬੁੱਕਸ ਦੇ ਵਿੱਚ ਸਾਡੇ ਗੁਰੂਆਂ ਨੂੰ ਚੋਰ, ਠੱਗ, ਡਾਕੂ, ਲੁਟੇਰੇ ਤੱਕ ਲਿਖ ਦਿੱਤਾ, ਨਾਜਾਇਜ਼ ਸੰਬੰਧ ਬਣਾਉਣ ਵਾਲੇ ਤੱਕ ਲਿਖ ਦਿੱਤਾ, ਕੀ ਉਹਨਾਂ ਰਾਈਟਰਾਂ ਦੇ ਉੱਤੇ 295 A ਦਾ ਪਰਚਾ
ਨਹੀਂ ਸੀ ਦਰਜ ਹੋਣਾ ਚਾਹੀਦਾ। ਜਾਂ ਜਿਹੜੇ ਬੰਦੇ ਨੇ ਸਾਈਨ ਕਰਕੇ ਉਹ ਬੁੱਕ ਨੂੰ ਪਾਸ ਕੀਤਾ ਆ ਕਿ ਛਪ ਸਕਦੀ ਹੈ, ਸਕੂਲਾਂ 'ਚ ਕਾਲਜਾਂ 'ਚ ਪੜ੍ਹਾਈ ਜਾ ਸਕਦੀ ਹੈ, ਉਸ ਚਾਹੇ ਸਕੱਤਰ ਹੋਵੇ ਚਾਹੇ ਜੋ ਮਰਜ਼ੀ ਹੋਵੇ, ਉਸ ਦੇ ਉੱਤੇ ਪਰਚਾ ਨਹੀਂ ਸੀ ਦਰਜ ਹੋਣਾ ਚਾਹੀਦਾ ਸੀ। ਜੇ ਕਿਤੇ ਪੰਜਾਬ ਵਿੱਚ ਬਦਲਾਅ ਦੀ ਗੱਲ ਦਿਸਦੀ ਤਾਂ ਅਸੀਂ ਤੇ ਬਦਲਾਅ ਹੀ ਲਿਆਂਦਾ ਸੀਗਾ। ਇਹ ਹੁਣ ਮਾਨ ਸਾਹਿਬ ਸੋਚਣ ਉਹਨਾਂ ਨੇ ਇਹਨੂੰ ਕਿਹੜੇ ਹਿਸਾਬ ਨਾਲ ਪੇਸ਼ ਕਰਨਾ ਹੈ। ਸੰਧਵਾ ਸਾਹਿਬ ਗੁਰਸਿੱਖ ਨੇ ਉਹ ਸੋਚਣ ਇਹਨਾਂ ਗੱਲਾਂ ਨੂੰ ਕਿ ਜਦੋਂ ਜਿਹੜੇ ਬੰਦੇ ਨੇ ਕਿਤਾਬ ਲਿਖੀ, ਜਿਹੜੀ ਫਰਮ ਨੇ ਛਾਪੀ, ਜਿਹਨੇ ਲਾਗੂ ਕੀਤੀ, ਉਹਨਾਂ ਸਾਰਿਆਂ 'ਤੇ ਮੁਕੱਦਮਾ ਦਰਜ ਹੋ ਕੇ ਅੱਗੇ ਲਈ ਕਾਨੂੰਨ ਸਖਤ ਬਣਨੇ ਚਾਹੀਦੇ ਸਨ। ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਨਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਹੁਣ ਧਾਮੀ ਸਾਹਿਬ ਨਾਲ ਨਾ ਤਾਂ ਜ਼ਮੀਨ ਸੈਣੀ ਪ੍ਰੀਤ ਸਿੰਘ ਹੋਣਾ ਨੇ ਵੰਡਣੀ ਹੈ ਤੇ ਨਾ ਮੈਂ ਵੰਡਣੀ, ਨਾ ਕੋਈ ਜਮਾਂਦਰੂ ਸਾਡੀ ਲੜਾਈ। ਗੱਲ ਤਾਂ ਇੰਨੀ ਸੀ ਕਿ ਤੁਸੀਂ ਪ੍ਰਧਾਨ ਹੋ ਤੇ ਆਹ ਜਿਹੜਾ ਸਿਸਟਮ ਵਿਗੜਿਆ ਹੋਇਆ ਇਸ ਨੂੰ ਠੀਕ ਕਰ ਦਿਓ। ਐਡਵੋਕੇਟ ਹੋ ਤੁਸੀਂ, ਪਰ ਇੰਝ ਲੱਗਦਾ ਕਿ ਤੁਹਾਡੀ ਅਕਲ ਦਾ ਜਨਾਜ਼ਾ ਨਿਕਲ ਗਿਆ ਕਿ ਤੁਸੀਂ ਇੱਕ ਟੱਬਰ ਦੀ 420 ਮੁਕੱਦਮਿਆਂ ਦੀ ਵਕਾਲਤ ਕਰਨ ਉੱਥੇ ਪਹੁੰਚ ਜਾਂਦੇ ਹੋ, ਪਰ ਜਿਹੜੇ ਗੁਰੂ ਪੰਥ ਲਈ ਤੁਹਾਨੂੰ ਆਵਾਜ਼ ਦਿੰਦੇ ਨੇ ਉਹਨਾਂ ਤੇ 295 ਦਾ ਪਰਚਾ ਕਰਾ ਦਿੰਦੇ ਹੋ। ਇਹ ਕਿੱਥੋਂ ਦੀ ਦਿਆਨਤਦਾਰੀ ਹੈ? ਕਿਹੜੀ ਤੁਹਾਡੀ ਸਿੱਖੀ ਤੇ ਕਿਹੜੇ ਤੁਹਾਡੀ ਇਹ ਤੁਸੀਂ ਕਿਹੜੇ ਮੂੰਹ ਨਾਲ ਗੁਰੂ ਦੀ ਹਜ਼ੂਰੀ 'ਚ ਮੈਕ ਫੜ ਕੇ ਬੋਲਦੇ ਹੋ? ਅੱਜ ਤੁਸੀਂ ਜਿੰਨਾ ਮਰਜ਼ੀ ਕੁਫਰ ਤੋਲ ਲਓ, ਪਰ ਤੁਹਾਡੀਆਂ ਪੁਸ਼ਤਾਂ ਨੇ ਤੁਹਾਨੂੰ ਬਖਸ਼ਣਾ ਨਹੀਂ। ਇੱਕ ਦਿਨ ਆਏਗਾ ਭਵਿੱਖ ਵਿੱਚ ਪੁੱਛਿਆ ਕਰਨਗੇ ਨਿਆਣੇ ਬੈਠ ਕੇ, ਤੁਸੀਂ ਕਿਹਨਾਂ 'ਚੋਂ? ਕਹਿੰਦੇ ਗੁਰੂ ਗ੍ਰੰਥ ਸਾਹਿਬ ਚੋਰੀ ਵੇਚਣ ਵਾਲਿਆਂ 'ਚੋਂ। ਇਹ ਕਿਹਨਾਂ 'ਚੋਂ ਆ? ਇਹ ਚੋਰਾਂ ਦੇ ਹੱਕ 'ਚ ਰਿਪੋਰਟਾਂ ਕਰਨ ਵਾਲਿਆਂ 'ਚੋਂ। ਇਹ ਕੌਣ ਨੇ? ਇਹ ਗੁਰੂ ਗ੍ਰੰਥ ਸਾਹਿਬ ਲਈ ਲੜਨ ਵਾਲੇ ਲੋਕ ਨੇ, ਜਿਨ੍ਹਾਂ ਨੇ ਉੱਥੇ ਮੋਰਚੇ ਲਾਏ, ਟੀਵੀ ਚੈਨਲਾਂ ਰਾਹੀਂ ਸੱਚ ਨੂੰ ਸਾਹਮਣੇ ਰੱਖਿਆ। ਫਿਰ ਉੱਥੇ ਦੇਖ ਲਿਓ ਨਮਸਕਾਰ ਕਿਹਨੂੰ ਹੋਣੀ ਹੈ ਤੇ ਲਾਹਣਤਾਂ ਕਿਹਨੂੰ ਪੈਣੀਆਂ। ਬਿਲਕੁਲ ਇਹ ਸਮਝ ਕੇ ਰੱਖਣ, ਕਿਉਂਕਿ ਅਕਲ ਤਾਂ ਰੱਬ ਨੇ ਸਾਰੀ ਦਿੱਤੀ ਹੋਈ। ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ, ਪਤਾ ਹੈ। ਐਸਜੀਪੀਸੀ ਦੇ ਵਿੱਚ ਜਿੰਨੇ ਕੀ ਮੁਲਾਜ਼ਮ ਜਿੰਨੇ ਵੀ ਹੈ ਨੇ, ਦੇਖੋ ਸਾਰੇ ਦੇ ਸਾਰੇ ਜਿੱਦਾਂ ਇਹ ਕਹਿੰਦੇ ਨੇ ਕਿ ਮੈਂ ਸਾਰੀ ਐਸਜੀਪੀਸੀ ਨੂੰ ਹੀ ਮਾੜਾ ਕਹਿਣਾ ਹੈ, ਮੈਂ ਕਦੀ ਵੀ ਨਹੀਂ ਕਿਹਾ, ਕਿਉਂਕਿ ਸਾਰੇ ਮੁਲਾਜ਼ਮ ਨਹੀਂ, ਸਾਰੇ ਵਰਕਰ, ਸਾਰੇ ਕੰਮ ਉੱਥੇ ਗਲਤ ਨਹੀਂ ਹੈ। ਬਹੁਤ ਜਾਣੇ ਦੇ, ਕਿਉਂਕਿ ਮੈਂ ਤੁਹਾਨੂੰ ਸੱਚੀ ਦੱਸਾਂ, ਸੰਗਤ ਤੋਂ ਪਹਿਲਾਂ ਵੀ ਕਿਹਾ ਹੈ, ਮੈਨੂੰ ਕੋਈ ਡਰ ਨਹੀਂ। ਬਹੁਤ ਜਾਣੇ ਵਿੱਚ ਉੱਚ ਅਹੁਦਿਆਂ ਵਾਲੇ ਕਾਲ ਕਰਕੇ ਦੱਸਦੇ ਕਿ ਸੈਣੀ ਸਾਹਿਬ ਆਹ ਚੀਜ਼ ਹੋਈ ਹੈ, ਆਹ ਪ੍ਰੂਫ ਅਸੀਂ ਭੇਜ ਰਹੇ ਹਾਂ, ਸਾਡਾ ਨਾਮ ਨਹੀਂ ਆਉਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਜੇ ਸਾਰੇ ਮੁਲਾਜ਼ਮ ਮਾੜੇ ਹੁੰਦੇ ਤੇ ਮੈਂ ਵੀ ਤਾਂ ਮੁਲਾਜ਼ਮ ਹੀ ਸੀ। ਬਿਲਕੁਲ, ਮੈਨੂੰ ਉੱਥੋਂ ਕੱਢਿਆ ਗਿਆ। ਪਰ ਮੈਂ ਉਹੀ ਗੱਲ ਕਰ ਰਿਹਾ ਵੀ ਜੇ ਰੂਹ ਜਾਗਦੀ ਪਈ ਆ ਸਾਡੀ, ਜੀ ਜੇ ਰੂਹ ਜਾਗਦੀ ਪਈ ਆ ਤਾਂ ਫਿਰ ਅਸੀਂ ਲੁਕ ਕੇ ਕਿਉਂ, ਡਟ ਕੇ ਕਿਉਂ ਨਹੀਂ ਕਰ ਸਕਦੇ? ਹਾਂ, ਇੱਥੇ ਇਹ ਗੱਲ ਮੈਂ ਮੁਲਾਜ਼ਮ ਭਰਾਵਾਂ ਨੂੰ ਜ਼ਰੂਰ ਕਹੂੰਗਾ, ਨੌਕਰੀਆਂ ਨਾਲ ਨਹੀਂ ਜਾਣੀਆਂ, ਫੰਡ ਨਾਲ ਨਹੀਂ ਜੇ ਜਾਣੇ, ਉਹ ਵੀ ਬੰਦੇ ਹੈਗੇ ਆ। ਜਿੱਦਣ ਰਿਟਾਇਰਮੈਂਟ ਆਈ ਉਦੋਂ ਇੱਕ ਦਿਨ ਪਹਿਲਾਂ ਅਟੈਕ ਹੋ ਗਿਆ। ਜਿਹੜਾ ਸਦਰ ਲਾਈ ਬੈਠਾ ਸੀਗਾ ਵੀ ਮੈਂ ਰਿਟਾਇਰਮੈਂਟ ਤੇ ਇੰਨੇ ਲੱਖ ਰੁਪਈਆ ਫੰਡ ਲੈ ਕੇ ਮਗਰਲੀ ਜ਼ਿੰਦਗੀ ਐਵੇਂ ਗੁਜ਼ਾਰਨੀ ਹੈ, ਉਹਨੂੰ ਅਗਲਾ ਦਿਨ ਵੇਖਣ ਨੂੰ ਨਹੀਂ ਮਿਲਿਆ। ਇੱਥੇ ਘੜੀ ਦਾ ਨਹੀਂ ਪਤਾ। ਤੇ ਜਦੋਂ ਅਸੀਂ ਯਤੀਮਖਾਨੇ ਸਾਂ, ਰੋਟੀ ਉਦੋਂ ਵੀ ਮਿਲਦੀ ਸੀ। ਮੈਂ ਤੇ ਮੇਰਾ ਸਾਥੀ ਉੱਥੇ ਰਹੇ ਹਾਂ, ਔਰ ਉਦੋਂ ਬਾਅਦ ਪਹਿਲਾਂ ਜਿਹੜੇ ਹਾਲਾਤ ਸੀ, ਰੱਬ ਨੇ ਉਦੋਂ ਵੀ ਰੋਟੀ ਦਿੱਤੀ ਹੈ। ਤੇ ਅੱਜ ਜੇ ਦਰਬਾਰ ਸਾਹਿਬ 'ਚੋਂ ਸਾਨੂੰ ਕੱਢ ਦਿੱਤਾ ਇਹਨਾਂ ਨੇ, ਨਰੈਣੂ ਮਹੰਤਾਂ ਨੇ, ਤੇ ਅੱਜ ਵੀ ਗੁਰੂ ਰਾਮਦਾਸ ਮਹਾਰਾਜ ਸਾਡੇ ਅੰਦਰ ਨੇ ਦਰਬਾਰ ਸਾਹਿਬ ਦੇ। ਅਸੀਂ ਅੱਜ ਵੀ ਮੁਰੀਦ ਹਾਂ ਤੇ ਅੱਜ ਵੀ ਅਸੀਂ ਕੀਰਤਨ ਕਰ ਰਹੇ ਹਾਂ। ਅੱਜ ਵੀ ਗੁਰੂ ਸਾਡੇ ਤੋਂ ਦੂਰ ਨਹੀਂ। ਇਸ ਲਈ ਭਰੋਸਾ ਰੱਖਿਓ, ਨੌਕਰੀ ਨਾਲ ਨਹੀਂ ਜਾਣੀ, ਗੁਰੂ ਨਾਲ ਜਾਣਾ ਹੈ। ਤੇ ਤੁਸੀਂ ਹਿੰਮਤ ਕਰਿਓ। ਮੌਤ ਦੋ ਤਰ੍ਹਾਂ ਦੀ ਹੁੰਦੀ ਹੈ, ਫਾਂਸੀ ਇੱਥੇ ਵੀ ਚੜ੍ਹਨਾ ਪੈਣਾ ਤੇ ਫਾਂਸੀ ਉੱਥੇ ਵੀ ਚੜ੍ਹਨਾ ਪੈਣਾ। ਬਿਲਕੁਲ, ਉੱਥੇ ਦੀ ਔਖੀ ਹੋ ਜਾਣੀ, ਇਸ ਲਈ ਇੱਥੇ ਚੜ੍ਹਨਾ ਸੌਖਾ ਹੈ। ਬਿਲਕੁਲ ਬਿਲਕੁਲ। ਤੇ ਵੈਸੇ ਵੀ ਨਾਲੇ ਸਿਆਣੇ ਕਹਿੰਦੇ ਨੇ ਵੀ ਉਸ ਗੁਰੂ ਦੇ ਦਰ ਨੂੰ ਜਿਹੜਾ ਆਪ ਛੱਡ ਕੇ ਜਾਂਦਾ ਹੈ ਉਹਦਾ ਕੱਖ ਨਹੀਂ ਰਹਿੰਦਾ, ਪਰ ਜੇ ਉਸ ਗੁਰੂ ਦੇ ਦਰ ਤੋਂ ਕਿਸੇ ਨੇ ਕੱਢਿਆ ਕਿਸੇ ਨੂੰ, ਕੱਢਣ ਵਾਲੇ ਦਾ ਕੱਖ ਨਹੀਂ ਰਹਿਣਾ, ਤੇ ਜਿਹਨੂੰ ਕੱਢਿਆ ਗਿਆ ਉਹਦੀ ਚੜ੍ਹਦੀ ਕਲਾ ਹੀ ਰਹਿਣੀ ਹੈ ਤੇ ਦੁਨੀਆ ਯਾਦ ਕਰੂਗੀ। ਜਿਸ ਦਿਨ ਮੇਰੀ ਇਹਨਾਂ ਛੁੱਟੀ ਕੀਤੀ ਤੇ ਮੱਕੜ ਪ੍ਰਧਾਨ ਕਹਿੰਦਾ ਸੀ ਵੀ ਵਡਾਲਾ ਹੁਣ ਕਰ ਲਵੇ ਰੈਲੀਆਂ, ਹੁਣ ਵਿਹਲਾ ਕਰ ਦਿੱਤਾ। ਤੇ ਮੈਂ ਉਹਨਾਂ ਨੂੰ ਇੱਕ ਜਵਾਬ ਦਿੱਤਾ ਸੀ, ਪ੍ਰਧਾਨ ਸਾਹਿਬ ਮੇਰੇ ਹੱਥ 'ਚ ਵਾਜਾ ਹੈ, ਕੀਰਤਨ ਕਰਦਾ ਹੈ, ਮੈਂ ਤਾਂ ਵਾਜਾ ਵਜਾਈ ਜਾਣਾ। ਜਿੱਦਣ ਤੁਸੀਂ ਪ੍ਰਧਾਨਗੀ ਤੋਂ ਲੈ ਕੇ ਤੁਸੀਂ ਕੀ ਵਜਾਓਗੇ ਇਹ ਤੁਸੀਂ ਦੱਸੋ। ਮੇਰੇ ਹੱਥ 'ਚੋਂ ਵਾਜਾ ਵੀ ਖੋਲੋਗੇ, ਮੇਰੇ ਕੀਰਤਨ ਅੰਦਰ ਹੈ, ਉਹ ਤੁਹਾਡੇ ਤੋਂ ਖੋਇਆ ਨਹੀਂ ਜਾਣਾ। ਇਹ ਗੁਰੂ ਸ਼ਬਦ ਦੀ ਕਰਾਮਾਤ ਹੈ। ਬਿਲਕੁਲ। ਹੁਣ ਜਿਹੜੇ ਮੈਨੂੰ ਦਰਬਾਰ ਸਾਹਿਬ 'ਚੋਂ ਕੱਢਣ ਵਾਲੇ ਸੀ,
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪੰਥ ਨੂੰ ਇਹਨਾਂ ਨੇ 1920 ਤੋਂ ਜਿਹੜਾ ਅਕਾਲੀ ਦਲ ਹੋਂਦ ਚ ਆਇਆ ਉਸ ਨੂੰ ਵਰਤ ਕੇ ਅੱਜ ਗੁਰੂ ਪੰਥ, ਗੁਰੂ ਗ੍ਰੰਥ, ਅਕਾਲੀ ਦਲ ਨੂੰ ਇਹ ਸਾਰਾ ਲਾਣਾ ਸਿਵਿਆਂ ਤੱਕ ਲੈ ਗਿਆ। ਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ, ਚਾਹੇ ਅਸੀਂ ਆ ਤੇ ਚਾਹੇ ਇਹ ਮੇਰੇ ਵੀਰ ਪ੍ਰੀਤ ਸਿੰਘ ਹੋਣੀ ਨੇ, ਸਾਰੇ ਆਓ ਪਰਨ ਕਰੀਏ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ। ਜਿੰਨਾ ਚਿਰ ਇਹਨਾਂ ਨੂੰ ਸਿਵਿਆਂ ਤੱਕ ਨਹੀਂ ਲੈ ਜਾਂਦੇ ਉਹਨਾਂ ਚਿਰ ਅਸੀਂ ਮਰਨਾ ਵੀ ਨਹੀਂ ਤੇ ਚੁੱਪ ਬਹਿਣਾ ਵੀ ਨਹੀਂ, ਚੁੱਪ ਨਹੀਂ ਬੈਠਣਾ, ਜਿਉਂਦੇ ਰਹਿਣਾ। ਬਿਲਕੁਲ ਜੀ ਬਿਲਕੁਲ, ਕਿਉਂਕਿ ਬਹੁਤ ਜਾਣੇ ਗੱਲਾਂ ਕਰਦੇ ਨੇ, ਅਸੀਂ ਐਵੇਂ ਕਰ ਲੈਂਦੇ ਐਵੇਂ ਕਰ ਲੈਂਦੇ ਆ, ਸਣੀ ਆਹ ਕਰਦੇ ਆ। ਬਹੁਤ ਜਾਣੇ ਤੁਹਾਡੇ ਵਿੱਚੋਂ ਨੇ, ਤਸੀਰ ਸਿੱਖਾਂ ਦੀ ਗਰਮ ਹੈ, ਦੁਨੀਆ ਜਾਣਦੀ ਹੈ, ਤਸੀਰ ਹੈ, ਪਰ ਗਲਤੀ ਅਸੀਂ ਇਹੀ ਕਰਦੇ ਹਾਂ। ਸਾਡੇ ਵਿੱਚ ਬਹੁਤ ਜਾਣੇ ਨੇ ਜਿਹੜੇ ਮਿੰਟੋ ਮਿੰਟੀ ਤੁਹਾਨੂੰ ਤੁਹਾਡੀ ਤਸੀਰ ਜਾਣਦੇ ਹੋਏ ਉਂਗਲ ਅਜਿਹੀ ਲਾਣਗੇ ਜਾਂ ਅਜਿਹਾ ਭੜਕਾਉਣਗੇ, ਅਸੀਂ ਗੱਲ ਸਿੱਧੀ ਕਰਨੀ ਵੀ ਬਸ ਚੱਕ ਦੇਣਾ ਉਹਨੂੰ, ਜਾ ਕੇ ਅਸੀਂ ਸਿਰ ਦੇਣਾ ਹੈ ਨਾ। ਮੈਂ ਬਾਰ-ਬਾਰ ਕਹਿੰਦਾ ਆ, ਸਿਰ ਦੇਵਾਂਗੇ ਜਿੱਥੇ ਲੋੜ ਪਊਗੀ, ਪਿੱਛੇ ਨਹੀਂ ਹਟਦੇ, ਹਿੰਮਤ ਉਹ ਹੈ। ਪਰ ਉਸ ਤੋਂ ਪਹਿਲਾਂ ਕਾਹਦੇ ਵਾਸਤੇ ਦਿੱਤਾ ਇਹ? ਵਰਤਣ ਵਾਸਤੇ ਵੀ ਦਿੱਤਾ ਆ, ਅਸੀਂ ਕਿਉਂ ਨਾ ਵਰਤੀਏ ਪਹਿਲਾਂ? ਸਿਰ ਤਾਂ ਪ੍ਰੀਤ ਜੀ ਉਦਣ ਹੀ ਸਾਡੇ ਚਲੇ ਗਏ ਸੀ ਜਿਸ ਦਿਨ ਸਾਨੂੰ ਦਰਬਾਰ ਸਾਹਿਬ ਚੋਂ ਕੱਢ ਦਿੱਤਾ ਗਿਆ। ਅਸੀਂ ਸਿਰ ਦੇ ਚੁੱਕੇ ਹਾਂ ਜੀ। ਜਿਸ ਦਿਨ ਅੰਮ੍ਰਿਤ ਛਕਿਆ ਸੀ ਉਸ ਦਿਨ ਵੀ ਸਿਰ ਦੇਣ ਦੀ ਗੱਲ ਹੋ ਚੁੱਕੀ ਹੈ। ਤੇ ਤੁਹਾਡੇ ਇੱਥੇ ਉਹ ਵੀ ਲੋਕ ਨੇ ਜਿਹੜੇ ਅਮਰੀਕਾ ਦੇ ਵੀਜ਼ੇ ਲਈ 40-40 ਲੱਖ ਵੀ ਚੁੱਕੀ ਫਿਰਦੇ ਨੇ ਤੇ ਭੈਣਾਂ ਨਾਲ ਭਰਾ ਵੀ ਵਿਆਹ ਕੇ ਤੋਰੀ ਜਾਂਦੇ। ਬਿਲਕੁਲ। ਇੱਕ ਬੰਨੇ ਪ੍ਰੀਤ ਵੀ ਬੈਠਾ ਹੈ ਜਿਹੜਾ ਅਮਰੀਕਾ ਵਰਗੀ ਸਿਟੀਜ਼ਨ ਛੱਡ ਕੇ ਇੱਥੇ ਆ ਕੇ ਲੜ ਰਿਹਾ ਹੈ। ਇਹ ਸਿਰ ਦੇਣਾ ਹੀ ਤੇ ਹੈ ਜੀ। ਹੋਰ ਸਿਰ ਦੇਣਾ ਕਿਹਨੂੰ ਕਹਿੰਦੇ ਹੋ? ਆਪਾਂ ਤਾਂ ਸਿਰ ਲੱਥੇ ਤੁਰੇ ਫਿਰਦੇ, ਹੁਣ ਸਾਡਾ ਸਿਰ ਕੀ ਲਾਉਣਾ ਕਿਸੇ ਨੇ? ਬਿਲਕੁਲ ਬਿਲਕੁਲ, ਇਸੇ ਕਰਕੇ ਫਰਕ ਨਹੀਂ ਪੈਂਦੀ। ਪਰ ਬਟਾਲਾ ਜੀ, ਪਤਾ ਅੰਦਰੋਂ ਇੱਕ ਇਮੋਸ਼ਨਸ ਜਿੱਦਾਂ ਤੁਹਾਨੂੰ ਉਹ ਚੀਜ਼ ਫੀਲ ਹੁੰਦੀ ਹੋਏਗੀ। ਰਾਤ ਨੂੰ ਅਸੀਂ ਸੌਣ ਵੀ ਲੱਗਦੇ ਆ ਨਾ ਕਈ ਵਾਰ, ਇਕੱਲੇ ਵੀ ਜਦੋਂ ਬੈਠੇ ਹੁੰਦੇ ਆ ਤਾਂ ਚੀਜ਼ਾਂ ਦਿਖਦੀਆਂ ਨੇ ਵੀ ਆਹ ਚੀਜ਼ ਕਿੱਦਾਂ ਹੋ ਗਈ, ਆਹ ਚੀਜ਼ ਕਿੱਦਾਂ ਹੋ ਗਈ, ਆਹ ਚੀਜ਼ ਕਿੱਦਾਂ ਹੋ ਗਈ, ਕਿੱਦਾਂ ਨਾਲੀਆਂ 'ਚ ਅੰਗ ਕਿੱਦਾਂ ਚਿੱਕੜ 'ਚ ਲਿਬੜੇ ਪਏ ਸੀਗੇ, ਕਿੱਦਾਂ ਸਾਡੇ ਸਿੰਘਾਂ ਨੂੰ ਬੇਮਤਲਬ ਘੜੀਸ ਕੇ ਕੁੱਟਿਆ ਗਿਆ, ਧੀਆਂ ਭੈਣਾਂ ਨੂੰ ਦਰਬਾਰ ਸਾਹਿਬ ਲਾਠੀਆਂ ਮਾਰੀਆਂ ਗਈਆਂ, ਡਾਂਗਾ ਮਾਰੀਆਂ ਗਈਆਂ, ਮਤਲਬ ਲੂ ਕੰਡੇ ਖੜੇ ਹੋਣ ਲੱਗ ਪੈਂਦੇ ਵੀ ਤੁਸੀਂ ਬੈਠੇ ਘਰੇ ਕਰ ਕੀ ਰਹੇ ਹੋ। ਉਹ ਇੱਕ ਜਿਹੜਾ ਜਜ਼ਬਾ ਹੈ ਸੰਗਤ ਜੀ, ਉਹ ਹਰ ਕਿਸੇ ਦੇ ਅੰਦਰ। ਮੈਂ ਤੁਹਾਨੂੰ ਉਹੀ ਕਹਿਣਾ ਵੀ ਤੁਸੀਂ ਇੱਕ ਵਾਰ ਆਪਣੇ ਆਪ ਨੂੰ ਹੁਲਾਉਣਾ ਤੁਹਾਨੂੰ ਗੁਰੂ ਕਲਗੀਧਰ ਨੇ ਦੇ ਦਿੱਤਾ ਆ। ਉਹ ਜਿਹੜੀ ਮਾਈ ਭਾਗੋ ਅੰਦਰ ਤੁਹਾਡੇ ਸੁੱਤੀ ਆ, ਉਹਨੂੰ ਜਗਾਉਣ ਦੀ ਲੋੜ ਆ ਬਸ। ਕਿਉਂਕਿ ਸਾਨੂੰ ਭਰੋਸਾ ਹੀ ਨਹੀਂ ਰਿਹਾ। ਇਹਨਾਂ ਨੇ ਪਿਛਲੇ 50-70 ਸਾਲਾਂ ਦੇ ਵਿੱਚ, ਜਾਂ ਕਹਿ ਸਕਦੇ ਇੱਕ ਸਦੀ ਤੋਂ ਅਜਿਹੀ ਸਾਡੀ ਕਿਰਦਾਰਕੁਸ਼ੀ, ਸਾਡੀ ਜ਼ਿਹਨ 'ਚ ਅਜਿਹੀ ਸਾਡੀ ਨਸਲਕੁਸ਼ੀ ਕਰ ਦਿੱਤੀ ਹੈ ਵੀ ਅਸੀਂ ਦੇਖਣ ਨੂੰ ਸਿੱਖ ਲੱਗਦੇ ਹਾਂ। ਜਿੱਦਾਂ ਮੈਂ ਪਹਿਲਾਂ ਹੀ ਬਹੁਤ ਸਾਰੇ ਸ਼ੋਅਸ 'ਚ ਕਿਹਾ ਵੀ ਇਹ ਚਾਹੁੰਦੇ ਨੇ ਕਿ ਸਿੱਖ ਰਹਿਣ, ਦਿਖਣ ਵਾਸਤੇ ਸਿੱਖ ਰਹਿਣ ਪੰਜਾਬ 'ਚ, ਬਸ ਦਿਖਣ ਵਾਸਤੇ ਰਹਿਣ, ਅੰਦਰੋਂ ਕਸ਼ਹਿਰੇ ਨਾ ਹੋਣ, ਖਾਕੀ ਨਿਕਰਾਂ ਹੋਣ, ਉੱਤੇ ਦਮਾਲੇ ਨਾ ਹੋਣ, ਪੱਗਾਂ ਹੋਣ, ਤੇ ਬਸ ਉਹ ਸਾਡੇ ਸਾਹਮਣੇ ਝੁਕਦੀਆਂ ਹੋਣ। ਤੇ ਅਸਲ ਸਿੱਖ ਕਦੇ ਨਹੀਂ ਕਿਸੇ ਸਾਹਮਣੇ ਝੁਕਦਾ। ਛੋਟੇ ਛੋਟੇ ਸਾਹਿਬਜ਼ਾਦੇ ਨਹੀਂ ਝੁਕੇ। ਖੈਰ, ਇਹ ਗੱਲਾਂ ਤਾਂ ਅਸੀਂ ਜਿੰਨੀਆਂ ਕਰ ਲਈਏ ਓਨੀਆਂ ਹੋ ਜਾਣਗੀਆਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।